ਹੈਲੋ ਫਰੈਂਡਸ, ਵੈਲਕਮ ਟੂ ਦ YouTube ਚੈਨਲ ਸਪੋਰਟ ਫॉर ਐਜੂਕੇਸ਼ਨ। ਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਇੰਗਲਿਸ਼ ਦੀ ਪੋਇਮ ਜਿਸ ਦਾ ਨਾਮ ਹੈ ਦ ਰੋਡ ਨਾਟ ਟੇਕਨ, ਜੋ ਕਿ ਲਿਖੀ ਹੈ ਰॉबर्ट ਫਰੋਸਟ ਨੇ। ਤੇ ਦੋਸਤੋ, ਪੋਇਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸੰਦੇਸ਼, ਜੇ ਅਜੇ ਤੱਕ ਆਪ ਸਾਰਿਆਂ ਨੇ YouTube ਚੈਨਲ ਸਪੋਰਟ ਫॉर ਐਜੂਕੇਸ਼ਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਨਵੀਆਂ ਵੀਡੀਓਜ਼ ਆਪ ਸਾਰਿਆਂ ਨੂੰ ਸਮੇਂ ਸਿਰ ਪ੍ਰਾਪਤ ਹੋ ਸਕਣ। ਤੇ ਪੋਇਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਥੋੜਾ ਪੋਇਟ ਦੇ ਬਾਰੇ ਜਾਣ ਲੈਂਦੇ ਹਾਂ ਕਿ ਰॉबर्ट ਫਰੋਸਟ ਵਾਸ ਬੋਰਨ ਇਨ ਸੈਨ ਫਰਾਂਸਿਸਕੋ, ਕੈਲੀਫੋਰਨੀਆ, USA ਔਨ ਮਾਰਚ 26, 1874। ਤੇ 26 ਮਾਰਚ 1874 ਨੂੰ ਰॉबर्ट ਫਰੋਸਟ ਜੀ ਦਾ ਜਨਮ ਹੋਇਆ ਕੈਲੀਫੋਰਨੀਆ, USA ਵਿੱਚ। He lost his father quite early in life and had to live in an alien environment in New Hampshire। New Hampshire ਇੱਕ US ਵਿੱਚ ਜਗ੍ਹਾ ਦਾ ਨਾਂ ਹੈ ਤੇ ਉੱਧਰ ਇਹਨਾਂ ਨੂੰ ਰਹਿਣਾ ਪਿਆ ਕਿਉਂਕਿ ਇਹਨਾਂ ਦੇ ਪਿਤਾ ਜੀ ਦੀ ਕਾफ़ी छोटी उम्र ਦੇ ਸੀਗੇ ਤੇ ਪਿਤਾ ਜੀ ਦੀ ਡੈਥ ਹੋ ਗਈ। In 1912 he and his family moved to England where he published his first book of verse। ਤੇ 1912 ਵਿੱਚ ਰॉबर्ट ਫਰੋਸਟ ਆਪਣੀ ਫੈਮਿਲੀ ਦੇ ਨਾਲ ਇੰਗਲੈਂਡ ਮੂਵ ਕਰਕੇ ਅਮਰੀਕਾ ਤੋਂ, ਤੇ ਉਹਨਾਂ ਨੇ ਪਹਿਲੀ ਕਵਿਤਾਵਾਂ ਦੀ ਬੁੱਕ ਲਿਖੀ। ਜਿਹੜੀ ਪਹਿਲੀ ਬੁੱਕ ਲਿਖੀ ਉਸ ਦਾ ਨਾਂ ਸੀ ਅ ਬॉयਜ਼ ਵਿਲ, ਤੇ ਉਸ ਤੋਂ ਬਾਅਦ ਉਹਨਾਂ ਨੇ ਹੋਰ ਕਲੈਕਸ਼ਨ ਆਫ ਬੁੱਕਸ ਲਿਖੀਆਂ ਜਿਵੇਂ ਕਿ ਨਾਰਥ ਆਫ ਬੋਸਟਨ। ਤੇ 1915 ਵਿੱਚ ਇਹ ਵਾਪਸ ਆ ਗਏ ਇੰਗਲੈਂਡ ਤੋਂ ਅਮਰੀਕਾ ਤੇ ਇੱਕ ਫਾਰਮ ਵਿੱਚ ਨਿਊ ਹੈਂਪਸ਼ਾਇਰ ਵਿੱਚ ਹੀ ਸੈਟਲ ਹੋ ਗਏ। ਤੇ 1961 ਵਿੱਚ ਜਦੋਂ ਜੌਨ ਐਫ ਕੈਨੇਡੀ ਅਮਰੀਕਾ ਦੇ ਪ੍ਰੈਜ਼ੀਡੈਂਟ ਬਣੇ ਤਾਂ ਉਹਨਾਂ ਨੇ ਰॉबर्ट ਫਰੋਸਟ ਜੀ ਨੂੰ ਬੁਲਾਇਆ ਇੱਕ ਦੇਸ਼ ਭਗਤੀ ਦੀ ਪੋਇਮ ਗਾਉਣ ਲਈ ਜਿਸ ਦਾ ਨਾਂ ਹੈ ਦ ਗਿਫਟ ਆਊਟਰਾਈਟ। ਤੇ 1963 ਵਿੱਚ ਰॉबर्ट ਫਰੋਸਟ ਦੀ ਡੈਥ ਹੋ ਗਈ। ਤੇ ਹੁਣ ਅਸੀਂ ਗੱਲ ਕਰਦੇ ਹਾਂ ਪੋਇਮ ਦ ਰੋਡ ਨਾਟ ਟੇਕਨ ਦੀ। ਤੇ ਇਸ ਪੋਇਮ ਵਿੱਚ ਸਾਨੂੰ ਕਵੀ ਨੇ ਇਹ ਦੱਸਿਆ ਰॉबर्ट ਫਰੋਸਟ ਨੇ ਕਿ ਮਨੁੱਖ ਨੂੰ, ਇਨਸਾਨ ਨੂੰ ਹਮੇਸ਼ਾ ਕੋਈ ਨਾ ਕੋਈ ਆਪਣੀ ਲਾਈਫ ਵਿੱਚ ਡਿਸੀਜਨ ਲੈਣਾ ਪੈਂਦਾ ਹੈ ਕਿ ਇਨਸਾਨ ਕੋਲ ਦੋ ਰਸਤੇ ਹੁੰਦੇ, ਜਾਂ ਤਾਂ ਇੱਕ ਰਸਤੇ ਜਾਏ ਜਾਂ ਤਾਂ ਉਹ ਦੂਜੇ ਰਸਤੇ ਜਾਏ। ਤੇ ਹੁਣ ਉਹ ਜਿਹੜਾ ਐਕਸ਼ਨ ਲੈਂਦਾ ਤੇ ਉਹੀ ਉਸਦਾ ਜਿਹੜਾ ਫਿਊਚਰ ਹੈ ਉਹ ਡਿਸਾਈਡ ਕਰਦੇ ਨੇ। ਤੇ ਜੇ ਅਸੀਂ ਇੱਕ ਰਸਤੇ 'ਤੇ ਅੱਗੇ ਵੱਧ ਜਾਂਦੇ ਤਾਂ ਅਸੀਂ ਦੂਜੇ ਰਸਤੇ 'ਤੇ ਦੁਬਾਰਾ ਨਹੀਂ ਜਾ ਸਕਦੇ। ਤੇ ਇਸ ਦਾ ਮੈਂ ਐਗਜ਼ਾਮਪਲ ਦਿੰਦਾ ਕਿ ਹੁਣ ਸਪੋਜ਼ ਕਿ ਕੋਈ ਸਟੂਡੈਂਟ ਹੈ, ਉਹਨੇ 10th ਪਾਸ ਕਰ ਲਈ ਤੇ ਉਹ ਸੋਚ ਰਿਹਾ ਕਿ ਉਹ ਮੈਡੀਕਲ ਲਵੇ ਜਾਂ ਨੋਨ ਮੈਡੀਕਲ ਲਵੇ, ਹਲੇ ਉਹ ਸ਼ੋਰ ਨਹੀਂ ਹੈ। ਤੇ ਜੇ ਤੇ ਉਹ ਨੋਨ ਮੈਡੀਕਲ ਦੀ ਪੜ੍ਹਾਈ ਕਰੇਗਾ ਫਿਰ ਉਸ ਦੇ ਵਾਸਤੇ ਡਾਕਟਰੀ ਦੀ ਪੜ੍ਹਾਈ ਵਾਪਸ ਕਰਨਾ ਕਾਫੀ ਮੁਸ਼ਕਿਲ ਹੋਏਗਾ ਕਿਉਂਕਿ ਉਹਨੇ 2 ਸਾਲ ਨੋਨ ਮੈਡੀਕਲ ਨੂੰ ਦੇ ਦਿੱਤੇ ਹੋਣੇ। ਤੇ ਉਹੀ ਸਟੱਡੀ ਹੈ ਉਸਦਾ ਜਿਹੜਾ ਫਿਊਚਰ ਹੈ ਡਿਸਾਈਡ ਕਰੇਗੀ। ਤੇ ਜਿਹੜਾ ਡਿਸੀਜਨ ਉਸਨੇ 10th ਵਿੱਚ ਲਿਆ ਸੀਗਾ ਤੇ ਉਹੀ ਉਸਦਾ ਫਿਊਚਰ ਕੋਰਸ ਆਫ ਐਕਸ਼ਨ ਹੈ ਉਹ ਡਿਸਾਈਡ ਕਰੇਗਾ। ਤੇ ਐਂਡ ਵਿੱਚ ਇਹ ਦੱਸੇਗਾ ਕਿ ਜਿਹੜਾ ਕਾਮਨ ਰਸਤਾ ਹੁੰਦਾ, ਬੀਟਨ ਪਾਥ ਹੁੰਦਾ ਜਾਂ ਈਜ਼ੀ ਰਸਤਾ ਹੁੰਦਾ। ਤੇ ਬੀਟਨ ਪਾਥ ਮੈਂ ਤੁਹਾਨੂੰ ਬਾਅਦ ਵਿੱਚ ਸਮਝਾਵਾਂਗਾ ਕਿ ਬੀਟਨ ਪਾਥ ਕੀ ਹੁੰਦਾ। ਕਿ ਜਿਹੜਾ ਕਾਮਨ ਰਸਤਾ ਹੁੰਦਾ ਜਿਸ 'ਤੇ ਕਾਫੀ ਲੋਕ ਤੁਰੇ ਹੁੰਦੇ ਨੇ ਤੇ ਜਿਹੜੇ ਆਰਡੀਨਰੀ ਪੀਪਲ ਹੁੰਦੇ ਉਹ ਉਸ ਰਸਤੇ 'ਤੇ ਤੁਰਦੇ ਨੇ, ਤੇ ਜਿਹੜੇ ਐਕਸਟਰਾ ਆਰਡੀਨਰੀ ਪੀਪਲ ਹੁੰਦੇ ਨੇ ਉਹ ਉਸ ਰਸਤੇ 'ਤੇ ਤੁਰਦੇ ਨੇ ਜਿੱਥੇ ਕਿ ਘੱਟ ਲੋਕ ਤੁਰੇ ਹੋਣ। ਤੇ ਰॉबर्ट ਫਰੋਸਟ ਦੀ ਲਾਈਫ ਵਿੱਚ ਵੀ ਇੱਕ ਅਜਿਹਾ ਮੌਕਾ ਆਇਆ ਸੀਗਾ ਜਦੋਂ ਉਹਨਾਂ ਨੂੰ ਡਿਸੀਜਨ ਲੈਣਾ ਸੀਗਾ। ਤੇ 1912 ਵਿੱਚ ਉਹਨਾਂ ਨੇ ਇਹ ਫੈਸਲਾ ਲਿਆ ਕਿ ਉਹ ਅਮਰੀਕਾ ਛੱਡ ਕੇ ਇੰਗਲੈਂਡ ਨੂੰ ਜਾਣਗੇ। ਤੇ ਬਹੁਤ ਘੱਟ ਲੋਕ ਇੰਗਲੈਂਡ ਨੂੰ ਜਾਂਦੇ ਸੀਗੇ ਤੇ ਇਹ ਡਿਸੀਜਨ ਲੈਣਾ ਬਹੁਤ ਜ਼ਿਆਦਾ ਮੁਸ਼ਕਲ ਸੀਗਾ। ਤੇ ਉਸੇ ਡਿਸੀਜਨ ਨੇ ਡਿਫਰੈਂਸ ਕ੍ਰੀਏਟ ਕਰਤਾ ਕਿ ਉਹਨਾਂ ਨੇ ਇੰਗਲੈਂਡ ਜਾ ਕੇ ਕਵਿਤਾਵਾਂ ਲਿਖੀਆਂ ਤੇ ਉਹ ਇੱਕ ਐਕਸਟਰਾ ਆਰਡੀਨਰੀ ਮਨੁੱਖ ਬਣ ਕੇ ਕਾਫੀ ਜ਼ਿਆਦਾ ਫੇਮਸ ਹੋ ਗਏ। ਤੇ ਇਹੀ ਦੱਸਿਆ ਗਿਆ ਕਿ ਜੇ ਅਸੀਂ ਵਧੀਆ ਡਿਸੀਜਨ ਲੈਂਦੇ ਹਾਂ ਤਾਂ ਅਸੀਂ ਐਕਸਟਰਾ ਆਰਡੀਨਰੀ ਮਨੁੱਖ ਬਣ ਸਕਦੇ ਹਾਂ, ਕਿ ਸਾਡੇ ਡਿਸੀਜਨਸ ਹੀ ਸਾਡੇ ਫਿਊਚਰ ਕੋਰਸ ਆਫ ਐਕਸ਼ਨ ਉਹ ਡਿਸਾਈਡ ਕਰਦੇ ਹਨ। ਤੇ ਹੁਣ ਅਸੀਂ ਕਵਿਤਾ ਪੜ੍ਹਦੇ ਹਾਂ ਜੀ। ਤੇ ਹੁਣ ਉਮੀਦ ਹੈ ਕਿ ਐਕਸਪਲੇਨੇਸ਼ਨ ਦੇ ਨਾਲ, ਇੰਟਰੋਡਕਸ਼ਨ ਦੇ ਨਾਲ ਆਪ ਸਾਰਿਆਂ ਨੂੰ ਕਵਿਤਾ ਵੀ ਚੰਗੀ ਤਰ੍ਹਾਂ ਸਮਝ ਆ ਜਾਏਗੀ। 2 roads diverged in a yellow wood, and sorry I could not travel both, and be one traveller long I stood, and looked down one as far as I could to where it bent the undergrowth। ਤੇ ਇੱਥੇ ਵੁੱਡ ਦਾ ਅਰਥ ਹੁੰਦਾ ਫੋਰੈਸਟ, ਤੇ ਯੈਲੋ ਵੁੱਡ ਕਿਉਂ ਕਿਹਾ ਗਿਆ ਕਿ ਜਿਵੇਂ ਪਤਝੜ ਦਾ ਮੌਸਮ ਹੈ ਤੇ ਜਿਹੜੇ ਪੇੜਾਂ ਦੇ ਪੱਤੇ ਨੇ ਜੰਗਲ ਵਿੱਚ ਉਹ ਪੀਲੇ ਪੈ ਕੇ ਥੱਲੇ ਗਿਰ ਗਏ ਹਨ। ਤੇ ਹੁਣ ਇਹ ਪੋਇਟ ਜਾ ਰਿਹਾ, ਕਵੀ ਜੰਗਲ ਵਿੱਚ ਜਾ ਰਿਹਾ ਤੇ ਅੱਗੇ ਨਾ ਇੱਕ ਡਾਇਵਰਜਨ ਆਈ ਹੈ। ਡਾਇਵਰਜਨ ਦਾ ਅਰਥ ਹੈ ਵੀ 2 ਰਸਤੇ ਜਾ ਰਹੇ ਨੇ ਤੇ ਉਹਨੂੰ ਕੋਈ ਰਸਤਾ ਚੁਣਨਾ ਪੈਣਾ। ਐਂਡ ਸੌਰੀ ਆਈ ਕੁਡ ਨਾਟ ਟਰੈਵਲ ਬੋਥ, ਤੇ ਕਵੀ ਸੌਰੀ ਫੀਲ ਕਰਿਆ ਕਿ ਮੈਂ ਦੋਨੋਂ ਰਸਤਿਆਂ 'ਤੇ ਨਹੀਂ ਜਾ ਸਕਦਾ, ਮੈਨੂੰ ਕੋਈ ਇੱਕ ਹੀ ਚੁਣਨਾ ਪੈਣਾ। ਹੁਣ ਕਵੀ ਕਨਫਿਊਜ਼ਨ ਵਿੱਚ ਹੈ ਕਿ ਕਿਹੜਾ ਰਸਤਾ ਹੈ ਉਹ ਚੁਣੇ, ਕਾਫੀ ਜ਼ਿਆਦਾ ਡਾਊਟ ਹੈ। ਤੇ ਕਵੀ ਖੜਾ ਹੋ ਕੇ ਦੇਖਦਾ ਇੱਕ ਰਸਤੇ ਨੂੰ ਤੇ ਦੇਖਦਾ ਵੀ ਉਹ ਜਿੱਧਰ ਖਤਮ ਹੁੰਦਾ ਉੱਧਰ ਅੰਡਰਗਰੋਥ ਦਾ ਅਰਥ ਹੈ ਝਾੜੀਆਂ। ਤੇ ਉਹ ਕਾਫੀ ਜ਼ਿਆਦਾ ਐਂਡ ਤੱਕ ਦੇਖਦਾ ਇੱਕ ਰਸਤੇ ਨੂੰ ਜਿੱਥੇ ਤੱਕ ਝਾੜੀਆਂ ਉਸ ਨੂੰ ਦਿਖਦੀਆਂ ਹਨ।
then took the other as just as fair and having perhaps the better claim because it was grassy and wanted wear. Though as for that passing there had warned them really about the same. ਤੇ ਕਵੀ ਨੇ ਪਹਿਲਾ ਰਸਤਾ ਦੇਖ ਕੇ ਦੂਜਾ ਰਸਤਾ ਲੈ ਲਿਆ ਤੇ ਐਂਡ ਹੈਵਿੰਗ ਪਰਹੈਪਸ ਅ ਬੈਟਰ ਕਲੇਮ ਤੇ ਕਵੀ ਇਹ ਸੋਚ ਰਿਹਾ ਕਿ ਉਸਨੇ ਜਿਹੜਾ ਬੈਟਰ ਡਿਸੀਜਨ ਹੈ ਉਹ ਲੈ ਲਿਆ ਤੇ ਕਿਉਂ ਲਿਆ ਬਿਕੋਜ਼ ਇਟ ਵਾਸ ਗ੍ਰਾਸੀ ਐਂਡ ਵਾਂਟਡ ਵੀਅਰ ਤੇ ਕੀ ਹੁੰਦੇ ਆ ਜਦੋਂ ਅਸੀਂ ਘਾਹ ਦੇ ਉੱਪਰ ਚੱਲਦੇ ਹਾਂ ਤੇ ਕਾਫੀ ਲੋਕੀ ਘਾਹ ਦੇ ਉੱਪਰ ਚੱਲਦੇ ਰਹਿੰਦੇ ਨੇ ਤੇ ਇੱਕ ਨਾ ਰਸਤਾ ਜਿਹਾ ਬਣ ਜਾਂਦਾ ਘਾਹ ਕੱਟ ਹੋ ਜਾਂਦੀ ਹੈ ਤੇ ਉਹ ਰਸਤਾ ਹੁੰਦਾ ਜਿੱਥੇ ਕਾਫੀ ਲੋਕ ਤੁਰਦੇ ਰਹਿੰਦੇ ਨੇ ਤੇ ਬਟ ਕਵੀ ਨੇ ਦੂਜਾ ਰਸਤਾ ਚੁਣਿਆ ਤੇ ਕਵੀ ਨੇ ਉਹ ਰਸਤਾ ਨਹੀਂ ਚੁਣਿਆ ਜਿੱਧਰ ਕੀ ਘਾਹ ਹੈ ਉਹ ਕਿਸ ਗਈ ਸੀਗੀ ਜ਼ਿਆਦਾ ਲੋਕਾਂ ਦੇ ਚੱਲਣ ਕਾਰਨ ਉਸਨੇ ਘੱਟ ਤੁਰਨ ਵਾਲਾ ਰਸਤਾ ਉਹ ਚੁਣਿਆ though as for that passing there had warned them really about the same ਤੇ ਜਿੱਥੋਂ ਤੱਕ ਕਵੀ ਨੇ ਟਰੈਵਲ ਕੀਤਾ ਤੇ ਉਦੋਂ ਤੱਕ ਇਹਨੇ ਇਹ ਰਿਅਲਾਈਜ਼ ਕੀਤਾ ਕਿ ਦੋਹਾਂ ਰਸਤਿਆਂ ਦਾ ਯਾਤਰੀਆਂ ਨੇ ਬਰਾਬਰ ਪ੍ਰਯੋਗ ਕੀਤਾ ਹੋਇਆ ਸੀ ਤੇ ਦੋਨੋਂ ਹੀ ਬਰਾਬਰ ਘਿਸੀਆਂ ਹੋਈਆਂ ਸਨ and both that morning equally lay in leaves no step has trodden black. Oh, I kept the first for another day, yet knowing how way leads on to way, I doubted if I should ever come back. ਤੇ ਹੁਣ ਕਵੀ ਦੋਨਾਂ ਜਦੋਂ ਇੱਕ ਰਸਤੇ 'ਤੇ ਚੱਲ ਰਿਹਾ ਹੁੰਦਾ ਤਾਂ ਸਵੇਰੇ ਦੇਖਦਾ ਵੀ ਦੋਨੋਂ ਹੀ ਰਸਤੇ 'ਤੇ ਬਰਾਬਰ ਹੀ ਪੱਤੇ ਵਿਛੇ ਹੋਏ ਨੇ ਤੇ ਇਨ ਲੀਵਸ ਨੋ ਸਟੈਪ ਹੈਜ਼ ਟ੍ਰੋਡਨ ਬੈਕ ਤੇ ਉਹਨਾਂ ਪੱਤਿਆਂ ਦੇ ਉੱਪਰ ਕਿਸੇ ਨੇ ਕਦਮ ਨਹੀਂ ਰੱਖਿਆ ਤੇ ਕਦਮ ਰੱਖਣ ਨਾਲ ਜਿਵੇਂ ਕਿ ਪੱਤੇ ਕਾਲੇ ਪੈ ਜਾਂਦੇ ਤੇ ਕੋਈ ਕਿਉਂਕਿ ਉਸ ਨਾਲ ਰਸਤਿਆਂ 'ਤੇ ਚੱਲਿਆ ਹੀ ਨਹੀਂ ਤੇ ਕੋਈ ਵੀ ਪੱਤਾ ਉਹ ਕਾਲਾ ਨਹੀਂ ਪਿਆ ਉਹ ਆਈ ਕੈਪਟ ਦ ਫਸਟ ਫॉर ਅਨਦਰ ਡੇ ਹੁਣ ਕਵੀ ਇਹ ਸੋਚ ਰਿਹਾ ਕਿ ਜਿਹੜੇ ਪਹਿਲੇ ਰਸਤੇ 'ਤੇ ਨਹੀਂ ਮੈਂ ਤੁਰਿਆ ਉੱਥੇ ਕਦੇ ਕਿਸੇ ਹੋਰ ਦਿਨ ਮੈਂ ਉੱਥੇ ਤੁਰਾਂਗਾ ਯੈਟ ਨੋਇੰਗ ਹਾਊ ਵੇ ਲੀਡਸ ਔਨ ਟੂ ਵੇ ਆਈ ਡਾਊਟਡ ਇਫ ਆਈ ਸ਼ੁਡ ਐਵਰ ਕਮ ਬੈਕ ਤੇ ਉਹ ਕਵੀ ਕਹਿ ਰਿਹਾ ਕਿ ਉਹਨੂੰ ਇਹ ਪਤਾ ਹੈ ਕਿ ਹਾਊ ਵੇ ਲੀਡਸ ਔਨ ਟੂ ਵੇ ਕਿ ਇੱਕ ਰਸਤਾ ਦੂਜੇ ਕਈ ਰਸਤਿਆਂ 'ਤੇ ਕਿਸ ਤਰ੍ਹਾਂ ਲੈ ਜਾਂਦਾ ਸਾਨੂੰ ਬਈ ਜਦੋਂ ਅਸੀਂ ਜੰਗਲਾਂ ਵਿੱਚ ਜਾਂਦੇ ਹਾਂ ਅਤੇ ਅਸੀਂ ਇੱਕ ਰਸਤੇ 'ਤੇ ਤੁਰਦੇ ਹਾਂ ਫਿਰ ਉਹ ਸਾਨੂੰ ਕਿਤੇ ਹੋਰ ਪਾਸੇ ਲੈ ਜਾਂਦਾ ਫਿਰ ਉਹ ਕਿਸੇ ਹੋਰ ਪਾਸੇ ਲੈ ਜਾਂਦਾ ਅਤੇ ਉਹੀ ਇੱਥੇ ਗੱਲ ਹੈ ਉਹ ਕੀਤੀ ਗਈ ਹੈ ਅਤੇ ਫਿਰ ਕਵੀ ਨੂੰ ਡਾਊਟ ਹੁੰਦਾ ਕੀ ਡਾਊਟ ਹੁੰਦਾ ਕਿ ਉਹ ਕਦੇ ਵਾਪਸ ਆ ਕੇ ਦੂਜੇ ਰਸਤੇ 'ਤੇ ਜਿੱਥੇ ਉਹ ਸੋਚ ਰਿਹਾ ਕਿ ਉਹ ਬਾਅਦ ਵਿੱਚ ਕਿਸੇ ਹੋਰ ਦਿਨ ਜਾਏਗਾ ਉੱਥੇ ਕਦੇ ਜਾ ਪਾਏਗਾ ਕਿ ਨਹੀਂ ਕਿਉਂਕਿ ਉਹ ਇੱਕ ਪਾਸੇ ਚੱਲ ਪਿਆ ਅਤੇ ਉਹ ਦੁਬਾਰਾ ਵਾਪਸ ਆ ਕੇ ਦੂਜੇ ਰਸਤੇ 'ਤੇ ਜਾਣਾ ਜੋ ਕਿ ਉਸਨੇ ਨਹੀਂ ਚੁਣਿਆ ਉੱਧਰ ਜਾਣਾ ਬਹੁਤ ਹੀ ਔਖਾ ਹੈ ਆਈ ਸ਼ੈਲ ਬੀ ਟੈਲਿੰਗ ਇਟ ਵਿਦ ਅ ਸਾਈ ਕਿ ਕਦੇ ਮੈਂ ਡੂੰਘਾ ਸਾਹ ਲੈ ਕੇ ਇਹ ਗੱਲ ਦੱਸ ਰਿਹਾ ਹੋਵਾਂਗਾ ਅਤੇ ਕਦੋਂ ਦੱਸ ਰਿਹਾ ਹੋਵਾਂਗਾ ਸਮਵੇਅਰ ਏਜਿਸ ਐਂਡ ਏਜਿਸ ਹੈਂਸ ਵੀ ਕਈ ਸਾਲਾਂ ਬਾਅਦ ਮੈਂ ਕਿਸੇ ਨੂੰ ਇਹ ਗੱਲ ਦੱਸ ਰਿਹਾ ਹੋਵਾਂਗਾ ਟੂ ਰੋਡਸ ਡਾਈਵਰਜ ਇਨ ਅ ਵੁੱਡ ਐਂਡ ਆਈ ਟੁੱਕ ਦ ਵਨ ਲੈਸ ਟਰੈਵਲਡ ਬॉय ਐਂਡ ਦੈਟ ਹੈਜ਼ ਮੇਡ ਆਲ ਦਾ ਡਿਫਰੈਂਸ ਕਿ ਮੇਰੀ ਜ਼ਿੰਦਗੀ ਵਿੱਚ ਜਦ ਇੱਕ ਵਾਰੀ ਮੈਂ ਟਰੈਵਲ ਕਰ ਰਿਹਾ ਸੀਗਾ ਕਿ ਮੈਨੂੰ ਦੋ ਰਸਤਿਆਂ ਵਿੱਚੋਂ ਚੁਣਨਾ ਸੀਗਾ ਅਤੇ ਮੈਂ ਉਹ ਰਸਤਾ ਚੁਣਿਆ ਜਿੱਥੇ ਘੱਟ ਲੋਕ ਤੁਰੇ ਹੋਏ ਸੀਗੇ ਅਤੇ ਉਹਨੇ ਹੀ ਸਾਰਾ ਡਿਫਰੈਂਸ ਕ੍ਰੀਏਟ ਕਰਤਾ ਅਤੇ ਕੀ ਡਿਫਰੈਂਸ ਕ੍ਰੀਏਟ ਕਰਤਾ ਕਿ ਉਸਨੇ ਕਵੀ ਨੂੰ ਇੱਕ ਸਫਲ ਇਨਸਾਨ ਬਣਾ ਦਿੱਤਾ ਕਿਉਂਕਿ ਉਸਨੇ ਆਪਣੀ ਲਾਈਫ ਵਿੱਚ ਇੱਕ ਅਜਿਹਾ ਡਿਸੀਜ਼ਨ ਲਿਆ ਇਸ ਵਿੱਚ ਕਵੀ ਨੇ ਇਨਡਾਇਰੈਕਟਲੀ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਆਰਡੀਨਰੀ ਲੋਕ ਹੁੰਦੇ ਨੇ ਉਹ ਰਸਤਾ ਲੈਂਦੇ ਨੇ ਜਿਹੜਾ ਕਿ ਕਿੱਸਿਆ ਹੁੰਦਾ ਜਿੱਥੇ ਕਾਫੀ ਲੋਕ ਤੁਰੇ ਹੁੰਦੇ ਨੇ ਬਟ ਜਿਹੜੇ ਐਕਸਟਰਾਆਰਡੀਨਰੀ ਪੀਪਲ ਹੁੰਦੇ ਨੇ ਜਿਹੜੇ ਬਰੇਵ ਪੀਪਲ ਹੁੰਦੇ ਨੇ ਉਹ ਆਪਣਾ ਰਸਤਾ ਆਪ ਚੁਣਦੇ ਨੇ ਅਤੇ ਕਵੀ ਨੇ ਵੀ ਆਪਣੀ ਲਾਈਫ ਵਿੱਚ ਇੱਕ ਅਜਿਹਾ ਡਿਸੀਜ਼ਨ ਲਿਆ ਸੀਗਾ ਜਿਸ ਦੀ ਗੱਲ ਅਸੀਂ ਪਹਿਲਾਂ ਹੀ ਕੀਤੀ ਹੋਈ ਹੈ ਕਿ ਕੀ ਡਿਸੀਜ਼ਨ ਲਿਆ ਸੀਗਾ ਵੀ ਉਹਨਾਂ ਨੇ ਇਹ ਡਿਸੀਜ਼ਨ ਲਿਆ ਕਿ ਉਹਨਾਂ ਨੇ ਅਮਰੀਕਾ ਛੱਡ ਕੇ ਇੰਗਲੈਂਡ ਜਾਣਾ ਜਿਸ ਕਾਰਨ ਤੇ ਉਹ ਡਿਸੀਜ਼ਨ ਲੈਣ ਦੇ ਕਾਰਨ ਉਹਨਾਂ ਨੇ ਇੰਗਲੈਂਡ ਵਿੱਚ ਪੋਇਟਰੀ ਲਿਖੀ ਫਿਰ ਉਹਨਾਂ ਦੀ ਇੱਕ ਬੁੱਕ ਚੱਲੀ ਫਿਰ ਉਹਨਾਂ ਦੀ ਦੂਜੀ ਬੁੱਕ ਚੱਲੀ ਅਤੇ ਉਹ ਇੱਕ ਦੁਨੀਆ ਵਿੱਚ ਇੱਕ ਕਾਫੀ ਸਕਸੈਸਫੁਲ ਇਨਸਾਨ ਬਣੇ ਕਿ ਉਹ ਇੰਨੇ ਜ਼ਿਆਦਾ ਸਕਸੈਸਫੁਲ ਹੋ ਗਏ ਕਿ ਉਹਨਾਂ ਨੂੰ ਪ੍ਰੈਜ਼ੀਡੈਂਟ ਆਫ ਅਮਰੀਕਾ ਨੇ ਵੀ ਇਨਵਾਈਟ ਕੀਤਾ ਅਤੇ ਇਸ ਕਵਿਤਾ ਵਿੱਚ ਸਾਨੂੰ ਇਹ ਦੱਸਿਆ ਗਿਆ ਕਿ ਸਾਡੀ ਲਾਈਫ ਡਿਫਾਈਨਡ ਹੁੰਦੀ ਹੈ ਉਹਨਾਂ ਡਿਸੀਜ਼ਨਸ ਉਹਨਾਂ ਚੋਇਸਿਸ ਦੇ ਨਾਲ ਕਿ ਜੋ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਲੈਂਦੇ ਹਾਂ ਅਤੇ ਹੁਣ ਅਸੀਂ ਕਰਦੇ ਹਾਂ ਇਸ ਦਾ ਕੰਪਰੀਹੈਂਸ਼ਨ ਐਂਡ ਇੰਜੋਇਮੈਂਟ ਜਿਸ ਵਿੱਚ ਸਭ ਤੋਂ ਪਹਿਲਾ ਕੁਐਸਚਨ ਹੈ ਗਿਵ ਦ ਸੈਂਟਰਲ ਆਈਡੀਆ ਆਫ ਦ ਪੋਇਮ ਅਤੇ ਇਸ ਵਿੱਚ ਅਸੀਂ ਲਿਖ ਸਕਦੇ ਹਾਂ The Road Not Taken is written by Robert Frost. The poem gives us a message that our life is defined by the choices and decisions we make in life. We should make our decisions wisely as our decisions decide the outcome of our life. The choices we make in our life are made forever. It is very difficult to retrace our steps and make a second choice. It is ordinary people who follow the beaten paths. Brave people choose their own paths.
ਤੇ ਇਸ ਤੋਂ ਬਾਅਦ ਸੈਕੰਡ ਕੁਐਸਚਨ ਹੈ, ਰੀਡ ਦ ਲਾਈਨਸ ਗਿਵਨ ਬਿਲੋ ਐਂਡ ਆਂਸਰ ਦ ਕੁਐਸਚਨਸ ਦੈਟ ਫੋਲੋ। Two roads diverged in a yellow road, and sorry, I could not travel both. And be one traveler, long I stood, and looked down as far as I could, to where it bent in the undergrowth. Then took the other, as just as fair, and having perhaps the better claim. The पहला question है, name the poet. The answer है Robert Frost. The second question है, what does the poet see in front of him? The poet sees the two roads that diverge into different directions. What is the poet sorry about? He is sorry that he could not travel on both the roads. What is the symbolic meaning of two different paths in the woods? One path is for the ordinary people and the less traveled path is for the extraordinary people. ਤੇ ਦੂਜਾ ਕਰਦੇ ਹਾਂ, I shall be telling this with a sigh. Somewhere ages and ages hence, two roads diverged in a wood, and I took the one less traveled by, and that has made all the difference. The question है, which path did the poet choose to travel? The poet chose to travel the less traveled path. What does the poet mean by the word difference in the last line? The poet hints at the difference between ordinary and the extraordinary. Is the poet doubtful about his decision? तो इसका आंसर है yes, the poet is doubtful about his decision. ਤੇ ਅਸੀਂ ਇਸ ਪੋਇਮ ਵਿੱਚ ਵੀ ਦੇਖਿਆ ਕਿ ਪੋਇਟ ਨੂੰ ਰੋਬਰਟ ਫਰੋਸਟ ਨੂੰ ਕਾਫੀ ਜ਼ਿਆਦਾ ਡਾਊਟ ਸੀਗਾ ਡਿਸੀਜਨ ਲੈਣ ਤੋਂ ਪਹਿਲਾਂ, ਤੇ ਉਸੇ ਡਾਊਟ ਨੂੰ ਕਵੀ ਨੇ ਆਪਣੇ ਸ਼ਬਦਾਂ ਵਿੱਚ ਬਿਆਨ ਹੈ ਉਹ ਕੀਤਾ। Justify the title of the poem, The Road Not Taken. The title, The Road Not Taken, is justified because the poet gives the justification that why he chose the less travelled road.